हाँ जी दोस्तों, प्यार भरी फतेह कबूल करियो। वाहिगुरु जी का खालसा, श्री ਵਾਹਿਗੁਰੂ जी की फतेह। सत श्री अकाल। ਅੱਜ ਅਸੀਂ ਭਾਰਤ ਦੇ ਸੰਵਿਧਾਨ ਦਾ 5ਵਾਂ ਭਾਗ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ। ਸੋ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ, ਵੱਧ ਤੋਂ ਵੱਧ ਪਿਆਰ ਦਿੰਦੇ ਰਹੋ। ਆਪਣੇ ਬੱਚਿਆਂ ਨੂੰ ਸੰਵਿਧਾਨ ਬਾਰੇ ਜਾਣੂ ਕਰਵਾਓ ਤੇ ਸਕੂਲ ਤੋਂ ਹੀ ਆਪਣੇ ਬੱਚਿਆਂ ਨੂੰ ਇਹ ਸੰਵਿਧਾਨ ਉਹਨਾਂ ਦੀ ਮੁੱਢਲੀ ਪੜ੍ਹਾਈ ਦੇ ਵਿੱਚ ਇਸ ਦੀ ਹਿੱਸੇਦਾਰੀ ਕਰੋ, ਤਾਂ ਕਿ ਬੱਚੇ ਸੰਵਿਧਾਨ ਪੜ੍ਹ ਕੇ ਆਪਣੇ ਮੌਲਿਕ ਅਧਿਕਾਰਾਂ ਤੋਂ ਸੇਧ ਲੈ ਸਕਣ ਤੇ ਆਪਣੇ ਹੱਕ ਮੰਗਣ ਦੀ ਲੋੜ ਨਾ ਪਵੇ, ਉਹ ਹੱਕ ਖੁਦ ਤੁਹਾਡੇ ਬੱਚਿਆਂ ਨੂੰ ਮਿਲ ਸਕਣ। ਸੋ ਇਹੀ ਗੁਜ਼ਾਰਿਸ਼ ਆ। ਇਹ ਭਾਰਤ ਦਾ ਸੰਵਿਧਾਨ ਕਿਸੇ ਜਾਤੀ, ਕਿਸੇ ਵਰਗ, ਕਿਸੇ ਧਰਮ ਨੂੰ ਬੜਾਵਾ ਨਹੀਂ ਦਿੰਦਾ। ਇਹ ਕਿਸੇ ਮਜ਼ਹਬ ਦਾ ਨਹੀਂ, ਇਹ ਤੁਹਾਡੇ ਹੀ ਮੌਲਿਕ ਅਧਿਕਾਰਾਂ ਦਾ ਹੈ, ਜਿਸ ਨੂੰ ਬੜੇ ਸੋਹਣੇ ਢੰਗ ਨਾਲ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਤੁਹਾਨੂੰ ਹੀ ਅਰਪਣ ਕੀਤਾ। ਸੋ ਬਹੁਤੀਆਂ ਗੱਲਾਂ ਨਹੀਂ ਕਰਦੇ। ਭਾਰਤ ਦੇ ਸੰਵਿਧਾਨ ਦਾ ਅੱਜ ਅਸੀਂ 5ਵਾਂ ਪੜਾਅ ਪੜ੍ਹਦੇ ਹਾਂ ਜੀ, ਜਿਸ ਵਿੱਚ ਲਿਖਿਆ ਹੈ ਜੀ ਭਾਗ ਚੌਥਾ, ਰਾਜ ਦੀ ਨੀਤੀ ਤੇ ਨਿਰਦੇਸ਼ਕ ਸਿਧਾਂਤ। ਇਸ ਭਾਗ ਵਿੱਚ ਸ਼ਾਮਲ ਨਿਯਮ ਕਾਨੂੰਨ ਕਿਸੇ ਨਿਆਂਪਾਲਿਕਾ ਦੁਆਰਾ ਲਾਗੂ ਕਰਵਾਉਣੇ ਜ਼ਰੂਰੀ ਨਹੀਂ ਹਨ, ਪਰ ਫਿਰ ਵੀ ਇਹ ਦੇਸ਼ ਦੇ ਸ਼ਾਸਨ ਦੇ ਲਈ ਬੜੇ ਜ਼ਰੂਰੀ ਹਨ ਅਤੇ ਕਾਨੂੰਨ ਬਣਾਉਣ ਸਮੇਂ ਇਹ ਤੱਤਾਂ ਨੂੰ ਲਾਗੂ ਕਰਨਾ ਰਾਜ ਦਾ ਫਰਜ਼ ਹੋਵੇਗਾ। ਲਓ ਜੀ, ਰਾਜ ਅਤੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਕੀ ਕਹਿੰਦੇ ਨੇ? ਇਸ ਭਾਗ ਵਿੱਚ ਸ਼ਾਮਲ ਜਿੰਨੇ ਵੀ ਨਿਯਮ ਨੇ ਉਹ ਕਾਨੂੰਨ ਨੂੰ ਕਿਸੇ ਨਿਆਂਪਾਲਿਕਾ ਦੁਆਰਾ ਲਾਗੂ ਕੀਤੇ ਜਾਣੇ ਜ਼ਰੂਰੀ ਨਹੀਂ ਹੋਣਗੇ, ਪਰ ਫਿਰ ਵੀ ਇਹ ਦੇਸ਼ ਦੇ ਸ਼ਾਸਨ ਲਈ ਬਹੁਤ ਜ਼ਰੂਰੀ ਕਾਨੂੰਨ ਨੇ ਜੋ ਤੁਹਾਡੇ ਲਈ ਹੀ ਬਣੇ ਨੇ, ਅਤੇ ਕਾਨੂੰਨ ਬਣਾਉਣ ਸਮੇਂ ਇਹਨਾਂ ਤੱਤਾਂ ਨੂੰ ਲਾਗੂ ਕਰਨਾ ਜ਼ਰੂਰੀ ਹੋਵੇਗਾ, ਰਾਜ ਦਾ ਫਰਜ਼ ਹੋਵੇਗਾ। ਆਰਟੀਕਲ 37 ਵਿੱਚ ਇਹ ਲਿਖਿਆ ਤੇ ਆਰਟੀਕਲ 38 ਕਹਿੰਦਾ ਜੀ, ਰਾਜ ਵਿੱਚ ਐਸੀ ਸਮਾਜਿਕ ਵਿਵਸਥਾ ਦੀ ਜਿਸ ਵਿੱਚ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਰਾਸ਼ਟਰੀ ਜੀਵਨ ਦੀਆਂ ਸਾਰੀਆਂ ਸੰਸਥਾਵਾਂ ਵਿੱਚ ਉਪਲਬਧ ਹੋਵੇ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਅਤੇ ਸੁਰੱਖਿਅਤ ਕਰਨ, ਲੋਕ ਕਲਿਆਣ ਵਿੱਚ ਵਾਧਾ ਕਰਨ ਦਾ ਯਤਨ ਕਰੇਗਾ। ਆਰਟੀਕਲ 38 ਜੀ ਕਹਿੰਦਾ ਸਾਨੂੰ ਰਾਜ ਵਿੱਚ ਐਸੀ ਸਮਾਜਿਕ ਵਿਵਸਥਾ ਕਰਨੀ ਹੋਵੇਗੀ ਜਿਸ ਵਿੱਚ ਆਰਥਿਕ, ਰਾਜਨੀਤਿਕ ਨਿਆਂ ਅਤੇ ਰਾਸ਼ਟਰ ਦੀਆਂ ਸਾਰੀਆਂ ਸੰਸਥਾਵਾਂ ਤੁਹਾਨੂੰ ਸਾਰੇ ਮੌਲਿਕ ਅਧਿਕਾਰ ਉਪਲਬਧ ਕਰਵਾ ਸਕਣ। ਇਹ ਅਧਿਕਾਰ ਤੁਹਾਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਨੇ ਜੀ ਲੈ ਕੇ ਦਿੱਤੇ ਨੇ। ਇਹਨਾਂ ਤੋਂ ਵਾਂਝਿਤ ਨਾ ਰਹੋ। ਇਸ ਸੰਵਿਧਾਨ ਨੂੰ ਪੜ੍ਹੋ ਤੇ ਆਪਣੇ ਬੱਚਿਆਂ ਨੂੰ ਪੜ੍ਹਾਓ ਤੇ ਵੱਧ ਤੋਂ ਵੱਧ ਇਸ ਬਾਰੇ ਜਾਣਕਾਰੀ ਪ੍ਰਾਪਤ ਕਰੋ। ਪ੍ਰਭਾਵੀ ਢੰਗ ਨਾਲ ਲਾਗੂ ਅਤੇ ਸੁਰੱਖਿਅਤ ਕਰੋ, ਲੋਕ ਕਲਿਆਣ ਵਿੱਚ ਵਾਧਾ ਕਰਨ ਦਾ ਯਤਨ ਕਰੋ। ਅਗਰ ਤੁਸੀਂ ਸਾਰੇ ਮੌਲਿਕ ਅਧਿਕਾਰਾਂ ਨੂੰ ਪੜ੍ਹਦੇ ਹੋ, ਵਿਚਾਰਦੇ ਹੋ, ਆਪਣੇ ਜੀਵਨ ਵਿੱਚ ਅਪਣਾ ਰਹੇ ਹੋ, ਤਾਂ ਇਹਨਾਂ ਦੇ ਵਿੱਚ ਵਾਧਾ ਕਰੋ, ਕੋਸ਼ਿਸ਼ ਕਰੋ, ਯਤਨ ਕਰੋ ਕਿ ਤੁਸੀਂ ਕਿਸੇ ਹੋਰ ਨੂੰ ਵੀ ਇਹ ਸੰਵਿਧਾਨ ਪੜ੍ਹਾ ਸਕੋ ਤੇ ਇਸ ਬਾਰੇ ਜਾਗਰੂਕ ਕਰ ਸਕੋ। ਇਹ ਭਾਰਤ ਦਾ ਸੰਵਿਧਾਨ ਤੁਹਾਡੀ ਜ਼ਿੰਦਗੀ ਦਾ ਬੜਾ ਅਹਿਮ ਹਿੱਸਾ, ਤੁਹਾਡੀ ਜ਼ਿੰਦਗੀ ਵਿੱਚ ਇੱਕ ਅਹਿਮ ਰੋਲ ਨਿਭਾਏਗਾ। ਜਦੋਂ ਤੁਹਾਡੇ ਬੱਚੇ ਵੱਡੇ ਹੋ ਕੇ ਕਿਸੇ ਅਹੁਦੇ 'ਤੇ ਜਾਂ ਕਿਸੇ ਕੁਰਸੀ 'ਤੇ ਬਿਰਾਜਮਾਨ ਹੋਣਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਸ ਭਾਰਤ ਦੇ ਸੰਵਿਧਾਨ ਦਾ ਸਾਡੇ ਜੀਵਨ ਵਿੱਚ ਕੀ ਯੋਗਦਾਨ ਸੀ। ਰਾਜ ਆਮਦਨ ਦੀਆਂ ਅਣਵਾਰਬੀਆਂ ਘੱਟ ਕਰਨ ਦਾ ਯਤਨ ਨਾ ਕੇਵਲ ਵਿਅਕਤੀ ਵਿੱਚ ਬਲਕਿ ਵੱਖ-ਵੱਖ ਖੇਤਰ ਵਿੱਚ ਰਹਿਣ ਵਾਲੇ ਅਤੇ ਵੱਖ-ਵੱਖ ਕਿੱਤਿਆਂ ਵਿੱਚ ਲੱਗੇ ਹੋਏ ਸਮੂਹਾਂ ਵਿੱਚ ਵੀ ਸੁਵਿਧਾਵਾਂ ਤੇ ਅਫਸਰਾਂ ਦੀ ਅਸਮਾਨਤਾ ਖਤਮ ਕਰਨ ਦਾ ਯਤਨ ਕਰੇਗਾ। ਇਹਦੇ ਵਿੱਚ ਲਿਖਿਆ ਜੀ ਆਰਟੀਕਲ 38 ਵਿੱਚ ਜੀ, ਰਾਜ ਆਮਦਨ ਦੀਆਂ ਅਣਬਰਾਬਰੀਆਂ ਘੱਟ ਕਰਨ ਦਾ ਯਤਨ ਕਰੇਗਾ। ਨਾ ਕੇਵਲ ਵਿਅਕਤੀ ਬਲਕਿ ਖੇਤਰਾਂ ਵਿੱਚ ਰਹਿਣ ਵਾਲੇ ਵੱਖ-ਵੱਖ ਕਿੱਤੇ ਵਿੱਚ ਲੱਗੇ ਸਮੂਹਾਂ ਦੀਆਂ ਸੁਵਿਧਾਵਾਂ ਲਈ ਅਫਸਰਾਂ ਦਾ ਅਸਮਾਨਤਾ ਖਤਮ ਕਰਨ ਦਾ ਯਤਨ ਕਰੇਗਾ। ਸੰਵਿਧਾਨ 38 ਦੇ ਆਰਟੀਕਲ ਵਿੱਚ ਲਿਖਿਆ ਜੀ ਕਿ ਜਿਸ ਖੇਤਰ ਵਿੱਚ ਤੁਸੀਂ ਰਹਿੰਦੇ ਹੋ ਉਸ ਖੇਤਰ ਵਿੱਚ ਤੁਹਾਨੂੰ ਇੱਕ ਸਮਾਨ ਹੀ ਸੁਵਿਧਾਵਾਂ, ਇੱਕ ਸਮਾਨ ਹੀ ਤੁਹਾਨੂੰ ਅਫਸਰਾਂ, ਇੱਕ ਸਮਾਨ ਹੀ ਤੁਹਾਨੂੰ ਅਸਮਾਨਤਾ ਦਾ ਖਤਮ ਕਰਨ ਦਾ ਯਤਨ ਕਰੇਗਾ। ਰਾਜ ਸਰਕਾਰਾਂ ਮੀਨਜ਼ ਕਿ ਤੁਹਾਡੇ ਵਿੱਚ ਕੋਈ ਜਾਤ ਪਾਤ ਨਹੀਂ ਹੋਵੇਗੀ, ਕੋਈ ਪੱਖਪਾਤ ਨਹੀਂ ਹੋਵੇਗਾ। ਇੱਕ ਸਮਾਨ
ਤੁਹਾਨੂੰ ਹਰ ਉਹ ਅਧਿਕਾਰ ਮਿਲਣਗੇ ਜੋ ਵੱਡੇ ਤਬਕਿਆਂ ਨੂੰ ਜਾਂ ਰਾਜ ਘਰਾਣਿਆਂ ਨੂੰ ਮਿਲਦੇ ਆਏ ਨੇ। ਉਸ ਅਧਿਕਾਰਾਂ ਉੱਪਰ ਤੁਹਾਡਾ ਵੀ ਹੱਕ ਹੋਵੇਗਾ ਜੋ ਕਿ ਸਾਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਨੇ ਜੀ ਇਸ ਸੰਵਿਧਾਨ ਵਿੱਚ ਲੈ ਕੇ ਦਿੱਤੇ ਨੇ। ਆਰਟੀਕਲ 29 ਕਹਿੰਦਾ ਜੀ 39 ਕਹਿੰਦਾ ਜੀ ਰਾਜ ਲਈ ਲਾਗੂ ਕਰਨ ਯੋਗ ਕੁਝ ਜ਼ਰੂਰੀ ਤੱਤ। ਰਾਜ ਆਪਣੀ ਨੀਤੀ ਇਸ ਪ੍ਰਕਾਰ ਬਣਾਏਗਾ ਕਿ ਯਕੀਨੀ ਰੂਪ ਵਿੱਚ ਪੁਰਸ਼ ਅਤੇ ਇਸਤਰੀ ਆਪਣੇ ਬਰਾਬਰ ਦੇ ਨਾਗਰਿਕ ਨੂੰ ਬਰਾਬਰ ਰੂਪ ਵਿੱਚ ਜੀਵਿਕਾ ਦੇ ਕਾਫੀ ਸਾਧਨ ਪ੍ਰਾਪਤ ਕਰਨ ਦਾ ਅਧਿਕਾਰ ਹੋਵੇਗਾ। ਲਓ ਜੀ, ਰਾਜ ਇੱਕ ਐਸਾ ਨਿਯਮ ਬਣਾਏਗਾ ਕਿ ਜਿਸ ਵਿੱਚ ਇਸਤਰੀ ਅਤੇ ਪੁਰਸ਼ ਹਰ ਇੱਕ ਨਾਗਰਿਕ ਨੂੰ ਬਰਾਬਰ ਦਾ ਅਧਿਕਾਰ ਹੋਵੇਗਾ। ਉਹ ਆਪਣੇ ਬਰਾਬਰ ਦਾ ਜੀਵਨ, ਇੱਕ ਬੰਦੇ ਦੇ ਬਰਾਬਰ ਜੋ ਇਸਤਰੀ ਦਾ ਜੀਵਨ ਆ, ਉਹ ਇਸਤਰੀ ਆਪਣੇ ਬੰਦੇ ਦੇ ਬਰਾਬਰ ਇੱਕ ਜੀਵਨ ਬਿਤਾ ਸਕਦੀ ਆ, ਕਾਫੀ ਸਾਧਨ ਪ੍ਰਾਪਤ ਕਰ ਸਕਦੀ ਆ। ਜਿੰਨੇ ਅਧਿਕਾਰ ਇੱਕ ਪੁਰਸ਼ ਲਈ ਨੇ ਉਨੇ ਹੀ ਅਧਿਕਾਰ ਇੱਕ ਇਸਤਰੀ ਲਈ ਵੀ ਨੇ, ਜੋ ਕਿ ਸਾਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਇਸ ਸੰਵਿਧਾਨ ਵਿੱਚ ਲੈ ਕੇ ਦਿੱਤੇ ਨੇ। ਆਰਟੀਕਲ 39 ਵਿੱਚ ਜੀ ਇਹ ਲਿਖਿਆ ਹੋਇਆ, ਸਮੁਦਾਇ ਦੇ ਭੌਤਿਕ ਸਾਧਨਾਂ ਸੋਮਿਆਂ ਦੀ ਮਾਲਕੀ ਅਤੇ ਕੰਟਰੋਲ ਇਸ ਪ੍ਰਕਾਰ ਵੰਡੇ ਹੋਏ ਜਿਸ ਨਾਲ ਸਮੂਹ ਹਿੱਤ ਦਾ ਵੱਧ ਤੋਂ ਵੱਧ ਕਲਿਆਣ ਹੋਵੇ। ਆਰਥਿਕ ਵਿਵਸਥਾ ਇਸ ਪ੍ਰਕਾਰ ਚੱਲੇ ਜਿਸ ਨਾਲ ਧਨ ਅਤੇ ਉਤਪਾਦਨ ਸਾਧਨਾਂ ਦਾ ਸਾਰਿਆਂ ਲਈ ਹਿੱਤ ਹੋਵੇ। ਜੀ, ਰਾਜ ਸਰਕਾਰਾਂ ਤੁਹਾਨੂੰ ਭੌਤਿਕ ਸਾਧਨਾਂ ਸੋਮਿਆਂ ਦੀ ਮਾਲਕੀ ਅਧਿਕਾਰ ਤੇ ਕੰਟਰੋਲ ਇਸ ਪ੍ਰਕਾਰ ਕਰਕੇ ਦੇਣਗੀਆਂ ਕਿ ਤੁਹਾਡੀ ਜੋ ਤੁਸੀਂ ਆਪਣੇ ਭਾਰਤ ਵਾਸੀ ਦੇ ਲੋਕ ਨੇ ਜਾਂ ਗਰੀਬ ਤਬਕੇ ਦੇ ਲੋਕ ਨੇ ਉਹਨਾਂ ਦਾ ਕਲਿਆਣ ਹੋ ਸਕੇ, ਉਹਨਾਂ ਦੀ ਆਰਥਿਕ ਵਿਵਸਥਾ ਇੱਕ ਵਧੀਆ ਤੇ ਸੁਚੱਜੇ ਢੰਗ ਨਾਲ ਚੱਲ ਸਕੇ, ਉਹਨਾਂ ਲਈ ਉਤਪਾਦਨ ਸਾਧਨਾਂ ਦਾ ਇੱਕ ਅਵਸਰ ਮਿਲ ਸਕੇ ਤਾਂ ਕਿ ਉਹ ਵੀ ਆਪਣੀ ਰੋਜੀ ਰੋਟੀ ਕਮਾ ਕੇ ਖਾ ਸਕਣ ਤੇ ਇੱਕ ਸਮਾਨਤਾ ਦਰ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰ ਸਕਣ। ਪੁਰਸ਼ਾਂ ਅਤੇ ਇਸਤਰੀਆਂ ਦੋਹਾਂ ਦੀ ਬਰਾਬਰ ਕੰਮ ਲਈ ਤਨਖਾਹ ਬਰਾਬਰ ਹੋਵੇਗੀ। ਲਓ ਜੀ, ਅੱਜ ਕੱਲ੍ਹ ਤੁਸੀਂ ਦੇਖਿਆ ਹੀ ਆ ਮੀਨਜ਼ ਕਿ ਭੱਠਿਆਂ ਤੇ ਜਾਂ ਕਾਰਖਾਨਿਆਂ ਵਿੱਚ ਪੁਰਸ਼ਾਂ ਨਾਲੋਂ ਇਸਤਰੀ ਨੂੰ ਘੱਟ ਤਨਖਾਹ ਦਿੱਤੀ ਜਾਂਦੀ ਹੈ ਕਿ ਉਹ ਜਾਂ ਕੰਮ ਨਹੀਂ ਕਰਦੀ ਜਾਂ ਉਹਦੇ ਬਰਾਬਰ ਕੰਮ ਨਹੀਂ ਕਰਦੀ। ਇਸ ਤਰ੍ਹਾਂ ਦੀਆਂ ਜੋ ਅੜਚਣਾਂ ਮਾਲਕਾਂ ਵੱਲੋਂ ਲਾਈ ਜਾਂਦੀਆਂ ਨੇ, ਪਰ ਇਸ ਸੰਵਿਧਾਨ ਵਿੱਚ ਲਿਖਿਆ ਕਿ ਜਿੰਨਾ ਇਸਤਰੀ ਲਈ ਬਰਾਬਰ ਦਾ ਅਧਿਕਾਰ ਆ ਜਾਂ ਬੰਦੇ ਲਈ ਬਰਾਬਰ ਦਾ ਅਧਿਕਾਰ ਆ, ਉਸ ਇਸਤਰੀ ਜੋ ਕੰਮ ਕਰਦੀ ਆ ਉਸ ਨੂੰ ਉਸ ਪੁਰਸ਼ ਦੇ ਬਰਾਬਰ ਹੀ ਤਨਖਾਹ ਦੇਣ ਦਾ ਅਧਿਕਾਰ ਆ। ਵੀ ਜੇ ਕਿਸੇ ਬੰਦਾ ਕੋਈ ਕਿਤੇ ਕੰਮ ਕਰਦਾ ਜਾਂ ਫੈਕਟਰੀ ਜਾਂ ਮਹਿਲ ਮਨਾਰੇ ਜਾਂ ਸਰਕਾਰੀ ਦਫ਼ਤਰਾਂ ਵਿੱਚ ਜਿੰਨੀ ਤਨਖਾਹ ਇੱਕ ਪੁਰਸ਼ ਲੈ ਰਿਹਾ ਉਨੀ ਹੀ ਬਰਾਬਰ ਦੀ ਤਨਖਾਹ ਲੈਣ ਦੀ ਹੱਕਦਾਰ ਇੱਕ ਇਸਤਰੀ ਵੀ ਰੱਖਦੀ ਆ। ਇਹ ਸੰਵਿਧਾਨ ਦੇ ਆਰਟੀਕਲ 39 ਵਿੱਚ ਤੁਹਾਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਜੀ ਲੈ ਕੇ ਦਿੱਤਾ, ਜੋ ਇਸਤਰੀਆਂ ਦੇ ਹੱਕ ਵਿੱਚ ਆ ਜੀ। ਪੁਰਸ਼ ਇਸਤਰੀ ਕਾਮਿਆਂ ਦੀ ਸਿਹਤ ਅਤੇ ਸ਼ਕਤੀ ਦਾ ਅਤੇ ਬਾਲਕਾਂ ਦੀ ਨਿਆਂ ਅਵਸਥਾ ਲਈ ਦੁਰਵਰਤੋਂ ਨਾ ਕਰੇ। ਇਹਦੇ ਵਿੱਚ ਲਿਖਿਆ ਜੀ ਪੁਰਸ਼ ਅਤੇ ਇਸਤਰੀ ਕਾਮਿਆਂ ਦੀ ਸਿਹਤ ਅਤੇ ਸ਼ਕਤੀ ਅਤੇ ਬਾਲਕਾਂ ਦੀ ਨਿਆਂ ਵਿੱਚ ਅਫਸਰਾਂ ਦੀ ਦੁਰਵਰਤੋਂ ਨਾ ਕਰੇ। ਮੀਨਜ਼ ਕਿ ਜਿੱਥੇ ਪੁਰਸ਼ ਇਸਤਰੀ ਕੰਮ ਕਰਦੇ ਨੇ ਜੀ ਉੱਥੇ ਬਾਲਕਾਂ ਲਈ ਵੀ ਨਿਆਂ ਹੈ। ਮੀਨਜ਼ ਕਿ ਜੇ ਤੁਸੀਂ ਕੰਮ ਕਰਦੇ ਹੋ ਤਾਂ ਇਹ ਮਤਲਬ ਨਹੀਂ ਤੁਸੀਂ ਆਪਣੇ ਛੋਟੇ ਬਾਲਕ ਨੂੰ ਉੱਥੇ ਕੰਮ ਕਰਨ ਲਾ ਲਓ ਕਿ ਉਹ, ਕਿਉਂਕਿ ਇਹ ਨਿਯਮ ਦੇ ਉਲਟਾ। ਜੇ ਬੱਚਾ ਬਾਲਗ ਆ, ਬੱਚੇ ਦੀ ਉਮਰ 18 ਸਾਲ ਤੋਂ 14 ਸਾਲ ਤੋਂ ਘੱਟ ਆ ਤੇ ਤੁਸੀਂ ਉਹਨੂੰ ਕਾਨੂੰਨੀ ਤੌਰ ਤੇ ਲੀਗਲ ਕੰਮ ਨਹੀਂ ਕਰਵਾ ਸਕਦੇ। ਇਹ ਵੀ ਅਧਿਕਾਰ ਤੁਹਾਨੂੰ ਬਾਬਾ ਸਾਹਿਬ ਅੰਬੇਦਕਰ ਜੀ ਨੇ ਇਸ ਸੰਵਿਧਾਨ ਦੇ ਆਰਟੀਕਲ 39 ਵਿੱਚ ਲੈ ਕੇ ਦਿੱਤਾ। ਆਰਥਿਕ ਲੋੜ ਤੋਂ ਬੇਵਸ ਹੋ ਕੇ ਨਾਗਰਿਕਾਂ ਨੂੰ ਅਜਿਹੇ ਰੁਜ਼ਗਾਰਾਂ ਵਿੱਚ ਨਾ ਜਾਣਾ ਪਏ ਜਿੱਥੇ ਉਹਨਾਂ ਦੀ ਉਮਰ ਅਤੇ ਸ਼ਕਤੀ ਨਾ ਅਨੁਸਾਰ ਹੋਣ। ਲਓ ਜੀ, 39 ਵਿੱਚ ਤੁਹਾਨੂੰ ਇੱਕ ਸ਼ਕਤੀ ਵੀ ਦਿੱਤੀ ਆ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਜੀ ਕਿ ਬੇਵਸ ਹੋ ਕੇ ਲੋਕਾਂ ਨੂੰ ਕਿਤੇ ਅਜਿਹੇ ਰੁਜ਼ਗਾਰ ਵਿੱਚ ਜਾਣਾ ਨਾ ਪਵੇ ਜਿੱਥੇ ਉਹਨਾਂ ਦੀ ਉਮਰ ਜਾਂ ਉਹਨਾਂ ਦੀ ਕੰਮ ਕਰਨ ਦੀ ਸ਼ਕਤੀ ਉਹਨਾਂ ਦੇ ਅਨੁਪਾਤ ਨਾ ਹੋਵੇ, ਮੀਨਜ਼ ਅਨੁਸਾਰ ਨਾ ਹੋਵੇ। ਮੀਨਜ਼ ਕਿ ਜਿੰਨੀ ਕੁ ਬੰਦੇ ਵਿੱਚ ਹਿੰਮਤ ਆ, ਜਿੰਨੀ ਕੁ ਸ਼ਕਤੀ ਆ, ਉਹ ਉਸ ਅਨੁਸਾਰ ਕੰਮ ਕਰਨ ਦਾ ਕਾਬਜ ਆ। ਇਹ ਵੀ ਤੁਹਾਨੂੰ ਅਧਿਕਾਰ ਆਰਟੀਕਲ 39 ਦੇ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਲੈ ਕੇ ਦਿੱਤਾ ਜੀ। ਬਾਲਕਾਂ ਨੂੰ ਸੁਤੰਤਰ ਅਤੇ ਸੁਹਿਰਦ ਵਾਤਾਵਰਣ ਦੇ ਮੌਕੇ ਅਤੇ ਸਹੂਲਤਾਂ ਦਿੱਤੀਆਂ ਜਾਣ, ਉਹਨਾਂ ਦੀ ਸ਼ੋਸ਼ਣ ਤੋਂ ਮੁਕਤੀ, ਨੈਤਿਕ ਅਤੇ ਆਰਥਿਕ ਪੱਖ ਦੀ ਰੱਖਿਆ ਕਰੀ ਜਾਵੇ। ਬਾਲਕਾਂ ਨੂੰ ਜੀ ਪੂਰਾ ਅਧਿਕਾਰ ਹੋਵੇਗਾ ਸੁਤੰਤਰ ਦਾ, ਸਹਿਤ ਦਾ
ਤੇ ਸਹੂਲਤਾਂ ਦੇਣ ਦਾ। ਜੋ ਇੱਕ ਰਾਜ ਘਰਾਣੀਆਂ ਨੂੰ ਸਹੂਲਤਾਂ ਮਿਲਦੀਆਂ ਨੇ, ਉਹਨਾਂ ਦੇ ਬੱਚਿਆਂ ਨੂੰ ਸਹੂਲਤਾਂ ਮਿਲਦੀਆਂ ਨੇ, ਉਹ ਸਹੂਲਤਾਂ ਸਾਡੇ ਵਰਗੇ ਗਰੀਬ ਤਬਕੇ ਦੇ ਬੱਚਿਆਂ ਨੂੰ ਵੀ ਮਿਲਣਗੀਆਂ ਜੀ। ਉਹਨਾਂ ਦਾ ਕੋਈ ਸ਼ੋਸ਼ਣ ਨਹੀਂ ਕਰ ਸਕਦਾ। ਇਸ ਤੋਂ ਉਹਨਾਂ ਨੂੰ ਮੁਕਤੀ ਦਿਵਾਉਣ ਲਈ ਇਹ ਆਰਟੀਕਲ 39 ਦੇ ਵਿੱਚ ਇੱਕ ਕਾਨੂੰਨ ਬਾਬਾ ਸਾਹਿਬ ਜੀ ਨੇ ਲੈ ਕੇ ਦਿੱਤਾ ਤੇ ਇਸ ਦੀ ਜੋ ਸੁਰੱਖਿਆ ਕਰੇਗੀ ਉਹ ਰਾਜ ਸਰਕਾਰਾਂ ਹੀ ਕਰਨਗੀਆਂ। ਇਹ ਵੀ ਅਧਿਕਾਰ ਤੁਹਾਨੂੰ ਹੈਗਾ ਜੀ। ਸਭ ਲਈ ਬਰਾਬਰ ਨਿਆਂ ਅਤੇ ਮੁਫਤ ਕਾਨੂੰਨੀ ਸਹਾਇਤਾ। ਆਰਟੀਕਲ 39 ਵਿੱਚ ਜੀ ਕਹਿੰਦੇ ਨੇ ਰਾਜ ਵਿੱਚ ਯਕੀਨੀ ਬਣਾਵੇਗਾ ਕਿ ਕਾਨੂੰਨੀ ਢਾਂਚਾ ਕਿਸ ਪ੍ਰਕਾਰ ਕੰਮ ਕਰੇ, ਬਰਾਬਰ ਅਫਸਰਾਂ ਦੇ ਆਧਾਰ ਤੇ ਨਿਆਂ ਮਿਲੇ। ਜਿੰਨਾ ਅਧਿਕਾਰ ਜੀ ਰਾਜ ਘਰਾਣਿਆਂ ਨੂੰ ਹੋਵੇਗਾ, ਯਕੀਨੀ ਉਨਾ ਹੀ ਅਧਿਕਾਰ ਰਾਜ ਸਰਕਾਰ ਇੱਕ ਛੋਟੇ ਤਬਕੇ, ਇੱਕ ਗਰੀਬ ਵਰਗ ਦੇ ਲੋਕਾਂ ਨੂੰ, ਸਾਡੇ ਵਰਗੇ ਲੋਕਾਂ ਨੂੰ ਲੈ ਕੇ ਦੇਵੇਗੀ। ਇਹ ਯਕੀਨੀ ਵੀ ਬਣਾਏਗੀ ਕਿ ਉਹਨਾਂ ਦੀ ਯੋਗਤਾ ਘਾਟ ਕਾਰਨ ਕੋਈ ਨਾਗਰਿਕ ਨਿਆਂ ਪ੍ਰਾਪਤ ਕਰਨ ਦੇ ਅਵਸਰ ਤੋਂ ਨਾ ਰਹਿ ਸਕੇ। ਹੁਣ ਜੀ ਇਹਦੇ ਵਿੱਚ ਇਹ ਲਿਖਿਆ ਵੀ ਮੰਨ ਲਓ ਕੋਈ ਬੰਦਾ ਅਨਪੜ੍ਹ ਆ, ਉਹਨੂੰ ਕਾਨੂੰਨ ਦੇ ਬਾਰੇ ਨਹੀਂ ਪਤਾ, ਪਰ ਤੁਸੀਂ ਇਹ ਨਹੀਂ ਹੈਗਾ ਵੀ ਤੁਸੀਂ ਉਹਨਾਂ ਨੂੰ ਕਿਸੇ ਕਾਨੂੰਨੀ ਪ੍ਰਕਿਰਿਆ ਤੋਂ ਬਾਹਰ ਰੱਖੋਗੇ ਜਾਂ ਜੋ ਉਹਦੇ ਮੌਲਿਕ ਅਧਿਕਾਰ ਨੇ ਉਹ ਤੋਂ ਤੁਸੀਂ ਉਹਨੂੰ ਵੰਚਿਤ ਕਰੋਗੇ। ਜਿੰਨਾ ਅਧਿਕਾਰ ਵੱਡੇ ਲੋਕਾਂ ਨੂੰ ਕਾਨੂੰਨ ਦਾ ਹੈ, ਉਹਨਾਂ ਅਧਿਕਾਰ ਹੀ ਇੱਕ ਛੋਟੇ ਜਾਂ ਅਨਪੜ੍ਹ ਜਾਂ ਗਰੀਬ ਵਰਗ ਦੇ ਲੋਕਾਂ ਨੂੰ ਹੈ ਜੀ। ਕੋਈ ਉਸ ਨੂੰ ਉਹਨਾਂ ਅਧਿਕਾਰਾਂ ਤੋਂ ਵੰਚਿਤ ਨਹੀਂ ਕਰ ਸਕਦਾ। ਇਹਦਾ ਪ੍ਰਬੰਧ ਵੀ ਰਾਜ ਸਰਕਾਰਾਂ ਕਰਨਗੀਆਂ ਕਿ ਇੱਕ ਗਰੀਬ ਨੂੰ ਵੀ ਇਨਸਾਫ ਮਿਲ ਸਕੇ ਜਾਂ ਕੋਈ ਅਮੀਰ ਤਬਕਾ ਜਾਂ ਕੋਈ ਰਾਜ ਘਰਾਣਾ ਗਰੀਬ ਨੂੰ ਕਿਸੇ ਅਣਸੁਲਝੀ ਘਟਨਾ ਵਿੱਚ ਨਾ ਫਸਾ ਸਕੇ ਜਿਸ ਵਿੱਚ ਉਹ ਸ਼ਾਮਲ ਨਾ ਹੋਵੇ। ਅਧਿਆਇ ਆਰਟੀਕਲ 40 ਕਹਿੰਦਾ ਜੀ ਗ੍ਰਾਮ ਪੰਚਾਇਤਾਂ ਦਾ ਸੰਗਠਨ। ਰਾਜ ਗ੍ਰਾਮ ਪੰਚਾਇਤਾਂ ਦਾ ਸੰਗਠਨ ਕਰਨ ਲਈ ਕਦਮ ਚੁੱਕੇਗਾ। ਉਹਨਾਂ ਨੂੰ ਅਜਿਹੀਆਂ ਸ਼ਕਤੀਆਂ ਤੇ ਆਧਾਰ ਪ੍ਰਦਾਨ ਕਰੇਗਾ ਜੋ ਸਵੈ ਸ਼ਾਸਨ ਦੀਆਂ ਇਕਾਈਆਂ ਦੇ ਰੂਪ ਵਿੱਚ ਕਾਰਜ ਕਰਨ ਯੋਗ ਬਣਾਉਣ ਲਈ ਜ਼ਰੂਰੀ ਹੁੰਦਾ। ਆਰਟੀਕਲ 40 ਕਹਿੰਦਾ ਜੀ ਰਾਜ ਗ੍ਰਾਮ ਪੰਚਾਇਤਾਂ ਦਾ ਸੰਗਠਨ ਕਰੇਗਾ ਜੀ। ਹੁਣ ਤੁਸੀਂ ਕੋਈ ਕੰਮ ਕਰਨਾ, ਉਸ ਕੰਮ ਨੂੰ ਮੰਨ ਲਓ ਤੁਸੀਂ ਆਪਣੇ ਮੁੱਖ ਮੰਤਰੀ ਸਾਹਿਬ ਚੰਡੀਗੜ੍ਹ ਬਹਿੰਦੇ ਨੇ ਤੇ ਤੁਹਾਨੂੰ ਉਹਨਾਂ ਕੋਲ ਜਾਣ ਤੋਂ ਪਹਿਲਾਂ ਹੋ ਸਕਦਾ ਵੀ ਉਹ ਤੁਹਾਡਾ ਕੰਮ ਪਿੰਡ 'ਚ ਹੀ ਸਰ ਜਾਏ। ਇਸ ਲਈ ਇੱਕ ਗ੍ਰਾਮ ਪੰਚਾਇਤਾਂ ਦਾ ਸੰਗਠਨ ਕੀਤਾ ਗਿਆ ਤਾਂ ਕਿ ਤੁਸੀਂ ਆਪਣੇ ਜੋ ਅਧਿਕਾਰ ਨੇ, ਆਪਣੀ ਆਵਾਜ਼ ਆ, ਆਪਣੇ ਪਿੰਡ ਦੇ ਸਰਪੰਚ, ਗ੍ਰਾਮ ਪੰਚਾਇਤਾਂ ਕੋ ਮੌਲਿਕ ਅਧਿਕਾਰ ਦੱਸ ਸਕੋ ਤੇ ਉਹਨਾਂ ਨੂੰ ਜੋ ਅਫਸਰ ਆਉਂਦੇ ਨੇ ਜਾਂ ਰਾਜ ਸਰਕਾਰਾਂ ਵੱਲੋਂ ਕੋਈ ਗ੍ਰਾਂਟਾਂ ਜਾਂ ਕੋਈ ਸਵੈ ਰੁਜ਼ਗਾਰ ਦੀਆਂ ਕੋਈ ਪਾਬੰਦੀਆਂ ਚਲਾਈਆਂ ਜਾਂਦੀਆਂ ਨੇ ਉਹਨਾਂ ਵਿੱਚ ਯੋਗ ਬਣਾਉਣ ਲਈ ਤੁਹਾਨੂੰ ਉਹ ਜਾਣੂ ਕਰਵਾ ਸਕਣ। ਗ੍ਰਾਮ ਪੰਚਾਇਤਾਂ ਦਾ ਸੰਗਠਨ ਕਰਨ ਲਈ ਕਦਮ ਚੁੱਕੇਗਾ। ਰਾਜ ਜੀ ਗ੍ਰਾਮ ਪੰਚਾਇਤਾਂ ਬਣਾਵੇਗਾ, ਪਿੰਡ ਵਿੱਚ ਸਰਪੰਚ ਪੰਚ ਜੋ ਵੀ ਹੁੰਦੇ ਨੇ ਉਹਨਾਂ ਦਾ ਸੰਗਠਨ ਬਣਾਉਣ ਲਈ ਕਦਮ ਚੁੱਕੇਗਾ। ਉਹਨਾਂ ਨੂੰ ਅਜਿਹੀਆਂ ਸ਼ਕਤੀਆਂ ਤੇ ਆਧਾਰ ਪ੍ਰਦਾਨ ਕਰੇਗਾ ਜੋ ਸਵੈ ਸ਼ਾਸਨ ਦੀਆਂ ਇਕਾਈਆਂ ਰੂਪ ਵਿੱਚ ਕਾਰਜ ਕਰਨ ਯੋਗ ਬਣਾਉਣ। ਉਹਨਾਂ ਨੂੰ ਜੀ ਗ੍ਰਾਮ ਪੰਚਾਇਤਾਂ ਨੂੰ ਸ਼ਕਤੀਆਂ ਵੀ ਦੇਣਗੇ, ਮੀਨਜ਼ ਕਿ ਇਹੋ ਜਿਹੇ ਅਫਸਰ ਦੇਣਗੇ ਕਿ ਜੋ ਕੰਮ ਉਹ ਆਪਣੇ ਪਿੰਡ ਵਿੱਚ ਹੀ ਜਾਂ ਆਪਣੇ ਸ਼ਹਿਰਾਂ ਵਿੱਚ ਜਾਂ ਆਪਣੇ ਪਿੰਡ ਦੇ ਵਿੱਚ ਆਪਣੇ ਕਿਸੇ ਪੱਧਰ ਤੇ ਰਾਜ ਸਰਕਾਰਾਂ ਦੇ ਹੇਠ ਉਹਨਾਂ ਲੋਕਾਂ ਲਈ ਕੰਮ ਕਰ ਸਕਣ ਜੋ ਰਾਜ ਸਰਕਾਰਾਂ ਚਾਹੁੰਦੀਆਂ ਨੇ। ਆਰਟੀਕਲ 41 ਕਹਿੰਦਾ ਜੀ ਕੁਝ ਹਾਲਾਤਾਂ ਵਿੱਚ ਕੰਮ, ਸਿੱਖਿਆ ਤੇ ਲੋਕ ਸਹਾਇਤਾ ਅਧਿਕਾਰ। ਰਾਜ ਆਪਣੀ ਆਰਥਿਕ ਸੁਰੱਖਿਆ ਅਤੇ ਵਿਕਾਸ ਦੀਆਂ ਹੱਦਾਂ ਅੰਦਰ ਕੰਮ ਹਾਸਲ ਕਰਨ ਲਈ, ਸਿੱਖਿਆ ਪ੍ਰਾਪਤੀ ਲਈ ਅਤੇ ਬੇਕਾਰੀ, ਬੁਢਾਪਾ, ਬਿਮਾਰੀ ਅਤੇ ਹੋਰ ਕਮੀਆਂ ਥੋੜੀਆਂ ਦੀਆਂ ਹਾਲਤਾਂ ਵਿੱਚ ਲੋਕ ਸਹਾਇਤਾ ਲੈਣ ਦੇ ਅਧਿਕਾਰ ਨੂੰ ਪ੍ਰਾਪਤ ਕਰਨ ਦਾ ਪ੍ਰਬੰਧ ਕਰੇਗਾ। ਲਓ ਜੀ ਆਰਟੀਕਲ 41 ਕਹਿੰਦਾ ਜੋ ਤੁਹਾਨੂੰ ਅਧਿਕਾਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਲੈ ਕੇ ਦਿੱਤਾ ਜੀ। ਰਾਜ ਆਪਣੀ ਆਰਥਿਕ ਸਮਰੱਥਾ ਅਤੇ ਵਿਕਾਸ ਹੱਦਾਂ ਦੇ ਅੰਦਰ ਜੋ ਤੁਹਾਡਾ ਰਾਜ ਆ ਉਹ ਆਪਣੀ ਆਰਥਿਕ ਸਮਰੱਥਾ ਜਿੰਨੀ ਕੁ ਉਹਦੀ ਸਮਰੱਥਾ ਬਣਦੀ ਆ ਵਿਕਾਸ ਹੱਦਾਂ ਦੇ ਅੰਦਰ ਕੰਮ ਹਾਸਲ ਕਰਨ ਲਈ, ਮੀਨਜ਼ ਜੇ ਤੁਹਾਨੂੰ ਸਿੱਖਿਆ ਹਾਸਲ ਕਰਨ ਦੀ, ਸਿੱਖਿਆ ਪ੍ਰਾਪਤੀ ਕਰਵਾਉਣ ਲਈ ਜਾਂ ਬੇਕਾਰੀ, ਬੁਢਾਪਾ, ਬਿਮਾਰੀ ਨੂੰ ਦੂਰ ਕਰਨ ਲਈ, ਮੀਨਜ਼ ਕਿ ਜੋ ਬੁਢਾਪੇ ਵਿੱਚ ਬਜ਼ੁਰਗ ਲੋਕ ਬਿਮਾਰ ਹੋ ਜਾਂਦੇ ਨੇ ਉਹਨਾਂ ਦੀਆਂ ਜੋ ਬਿਮਾਰੀ ਦੇ ਇਲਾਜ ਲਈ ਨੇ, ਉਹਨਾਂ ਦੀਆਂ ਕਮੀਆਂ ਨੇ, ਥੋੜੀਆਂ ਨੇ, ਉਹਨਾਂ ਦੀਆਂ ਲੋੜਾਂ ਨੇ, ਉਹਨਾਂ ਹਾਲਾਤਾਂ ਵਿੱਚ ਲੋਕ ਸਹਾਇਤਾ ਅਧਿਕਾਰ ਕਰਨ ਦੇ ਪ੍ਰਾਪਤ ਕਰਨ ਲਈ ਪ੍ਰਭਾਵੀ ਪ੍ਰਬੰਧ ਕਰੇਗਾ। ਮੀਨਜ਼ ਰਾਜ ਸਰਕਾਰਾਂ ਤੁਹਾਡੀ ਬਿਮਾਰੀ, ਬੁਢਾਪੇ ਵਿੱਚ ਜੋ ਬੰਦਾ ਬਜ਼ੁਰਗ ਬਿਮਾਰ ਹੁੰਦਾ ਉਹਦੀ ਬਿਮਾਰੀ ਦਾ ਮੰਨ ਲਓ ਕਿਸੇ ਕੋਲ ਇਲਾਜ ਕਰਨ ਲਈ ਪੈਸਾ ਨਹੀਂ, ਉਹਦੇ ਲਈ ਇਹੋ ਜਿਹੇ ਅਧਿਕਾਰ ਬਣਾਉਣਗੀਆਂ ਜਾਂ ਅਧਿਕਾਰ ਪ੍ਰਭਾਵ ਜਾਂ ਪ੍ਰਗਟ ਕਰਨਗੀਆਂ
ਤਾਂ ਜੋ ਹਰ ਇੱਕ ਤਬਕੇ ਦਾ ਇਲਾਜ ਹੋ ਸਕੇ ਤੇ ਉਹਨਾਂ ਨੂੰ ਇੱਕ ਮੁੱਢਲੀ ਲੋੜਾਂ ਮਿਲ ਸਕਣ, ਉਹਨਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੋ ਸਕਣ ਤੇ ਬੱਚਿਆਂ ਨੂੰ ਇੱਕ ਸਮਾਨ ਸਿੱਖਿਆ ਦਾ ਅਧਿਕਾਰ ਮਿਲ ਸਕੇ। ਆਰਟੀਕਲ 42 ਕਹਿੰਦਾ ਜੀ ਰਾਜ ਕੰਮ ਦੀ ਨਿਆ ਸੰਗਤ ਅਤੇ ਉਚਿਤ ਹਾਲਤ ਨੂੰ ਯਕੀਨੀ ਬਣਾਉਣ ਲਈ ਪ੍ਰਸੂਤੀ ਸਹਾਇਤਾ ਲਈ ਪ੍ਰਬੰਧ ਕਰੇਗਾ। ਆਰਟੀਕਲ 42 ਕਹਿੰਦਾ ਜੀ ਕਿ ਰਾਜ ਵਿੱਚ ਕੰਮ ਕਰਨ ਦੀ ਨਿਆ ਸੰਗਤ ਉਚਿਤ ਹਾਲਤ ਨੂੰ ਯਕੀਨੀ ਬਣਾਉਣ ਲਈ ਜੇ ਜੋ ਤੁਸੀਂ ਆਪਣੇ ਰਾਜ ਵਿੱਚ ਜਾਂ ਕਿਤੇ ਵੀ ਕੰਮ ਕਰਦੇ ਹੋ, ਆਪਣੇ ਭਾਰਤ ਵਿੱਚ ਤੁਹਾਡਾ ਪੰਜਾਬ ਆ, ਕਿਤੇ ਕੰਮ ਕਰਦੇ ਹੋ, ਉੱਥੇ ਨਿਆਂ ਪ੍ਰਣਾਲੀ ਬਣਾਈ ਜਾਊਗੀ ਜਿਸ ਨੂੰ ਯਕੀਨੀ ਬਣਾਇਆ ਜਾਊਗਾ ਕਿ ਤੁਹਾਨੂੰ ਕੋਈ ਨਜਾਇਜ਼ ਤੰਗ ਨਾ ਕਰ ਸਕੇ। ਇਸ ਦੀ ਸਹਾਇਤਾ ਲਈ ਰਾਜ ਸਰਕਾਰਾਂ ਕੰਮ ਕਰਨਗੀਆਂ ਕਿ ਤੁਹਾਨੂੰ ਇੱਕ ਸਮਾਨ ਨਿਆਂ ਮਿਲ ਸਕੇ, ਤੁਹਾਡੇ ਅਧਿਕਾਰਾਂ ਦੀ ਦੁਰਵਰਤੋਂ ਨਾ ਹੋ ਸਕੇ। ਆਰਟੀਕਲ 43 ਕਹਿੰਦਾ ਜੀ ਕਾਮਿਆਂ ਦੇ ਜੀਵਨ ਨਿਰਵਾਹ ਲਈ ਮਜ਼ਦੂਰੀ ਆਦਿ ਰਾਜ ਜ਼ਰੂਰੀ ਕਾਨੂੰਨ ਜਾਂ ਆਰਥਿਕ ਸੰਗਠਨ ਦੁਆਰਾ ਜਾਂ ਕਿਸੇ ਹੋਰ ਢੰਗ ਨਾਲ ਖੇਤੀ ਦੇ ਉਦਯੋਗ ਦੇ ਜਾਂ ਹੋਰ ਕਿਸਮ ਦੇ ਸਾਰੇ ਕਾਮਿਆਂ ਨੂੰ ਕੰਮ ਨਿਰਵਾਹ ਮਜ਼ਦੂਰੀ ਚੰਗੇ ਜੀਵਨ ਸਤਰ ਛੁੱਟੀ ਦਾ ਇਸਤੇਮਾਲ ਯਕੀਨੀ ਬਣਾਉਣ ਵਾਲੀ ਕੰਮ ਦੀ ਹਾਲਤ ਤੇ ਸਮਾਜਿਕ ਅਤੇ ਸੱਭਿਆਚਾਰਕ ਅਵਸਰ ਪ੍ਰਾਪਤ ਕਰਾਉਣ ਦਾ ਯਤਨ ਕਰੇਗਾ। ਖਾਸ ਕਰਕੇ ਪਿੰਡਾਂ ਵਿੱਚ ਘਰੇਲੂ ਉਦਯੋਗਾਂ ਨੂੰ ਵਿਅਕਤੀਗਤ ਪੱਧਰ ਤੇ ਜਾਂ ਸਰਕਾਰੀ ਆਧਾਰ ਤੇ ਵਧਾਉਣ ਦਾ ਯਤਨ ਕਰੇਗਾ। ਉਦਯੋਗਾਂ ਦੇ ਪ੍ਰਬੰਧ ਵਿੱਚ ਕਾਮਿਆਂ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਹਿੱਤ ਕਾਨੂੰਨ ਜਾਂ ਕੋਈ ਹੋਰ ਯੋਗ ਕਦਮ ਉਠਾਏ ਜਾਣਗੇ। ਆਰਟੀਕਲ 43 ਕਹਿੰਦਾ ਜੀ ਕਾਮਿਆਂ ਦੇ ਜੀਵਨ ਨਿਰਵਾਹ ਲਈ ਮਜ਼ਦੂਰੀ ਆਦਿ ਰਾਜ ਸਰਕਾਰਾਂ ਕਾਨੂੰਨ ਆਰਥਿਕ ਸੰਗਠਨ ਦੁਆਰਾ ਕਿਸੇ ਹੋਰ ਢੰਗ ਨਾਲ ਖੇਤੀ ਦੇ ਉਦਯੋਗ ਜਾਂ ਹੋਰ ਕਿਸਮ ਦੇ ਕਾਮਿਆਂ ਨੂੰ ਕੰਮ ਨਿਰਵਾਹ ਲਈ ਚੰਗੀ ਮਜ਼ਦੂਰੀ ਚੰਗੇ ਜੀਵਨ ਸਤਰ ਦੀ ਛੁੱਟੀ ਦਾ ਇਸਤੇਮਾਲ ਬਣਾਉਣ ਵਾਲੀ ਕੰਮ ਦੀ ਹਾਲਤ ਅਤੇ ਸਮਾਜਿਕ ਅਵਸਰਾਂ ਪ੍ਰਾਪਤ ਕਰਨ ਦਾ ਯਤਨ ਕਰੇਗਾ। ਜੋ ਜੀ ਰਾਜ ਵਿੱਚ ਕੰਮ ਕਰਦੇ ਨੇ, ਖੇਤੀ ਕਰਦੇ ਨੇ ਜਾਂ ਕਿਸੇ ਕਿਸਮ ਦੇ ਹੋਰ ਉਦਯੋਗ ਕਰਦੇ ਨੇ, ਉਹਨਾਂ ਕਾਮਿਆਂ ਦੇ ਚੰਗੇ ਜੀਵਨ ਨਿਰਵਾਹ ਲਈ ਚੰਗੇ ਜੀਵਨ ਸਤਰ ਲਈ ਉਹ ਇੱਕ ਛੁੱਟੀ ਦਾ ਇਸਤੇਮਾਲ ਕਰ ਸਕਦੇ ਨੇ ਜੋ ਯਕੀਨੀ ਬਣਾਈ ਗਈ ਹੈ ਰਾਜ ਸਰਕਾਰ ਦੁਆਰਾ। ਮੰਨ ਲਓ ਤੁਸੀਂ ਹਫ਼ਤੇ ਵਿੱਚ 6 ਦਿਨ ਕੰਮ ਕਰਦੇ ਹੋ ਤੇ ਤੁਹਾਨੂੰ ਇੱਕ ਦਿਨ ਛੁੱਟੀ ਪ੍ਰਾਪਤ ਹੋ ਜਾਂਦੀ ਹੈ ਜੀ, ਉਹ ਵੀ ਇਹ ਅਧਿਕਾਰ ਤੁਹਾਨੂੰ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਜੀ ਇਸ ਸੰਵਿਧਾਨ ਦੇ ਆਰਟੀਕਲ 43 ਵਿੱਚ ਲੈ ਕੇ ਦਿੱਤਾ ਜੀ। ਖਾਸ ਕਰਕੇ ਪਿੰਡਾਂ ਵਿੱਚ ਘਰੇਲੂ ਉਦਯੋਗਾਂ ਨੂੰ ਵਿਅਕਤੀਗਤ ਪੱਧਰ ਤੇ ਜਾਂ ਸਰਕਾਰੀ ਆਧਾਰ ਤੇ ਵਧਾਉਣ ਦਾ ਯਤਨ ਕਰੇਗਾ। ਪਿੰਡਾਂ ਵਾਲਿਆਂ ਨੂੰ ਸਹੂਲਤਾਂ ਨੇ ਕਿ ਰਾਜ ਸਰਕਾਰਾਂ ਘਰੇਲੂ ਤੇ ਵਿਅਕਤੀਗਤ ਪੱਧਰ ਤੇ ਪੰਜਾਬ ਦੇ ਵਿੱਚ ਸਰਕਾਰੀ ਆਧਾਰ ਵਧਾਉਣ ਦਾ ਯਤਨ ਕਰੇਗਾ। ਮੀਨਜ਼ ਕਿ ਜੋ ਰਾਜ ਸਰਕਾਰ ਦੁਆਰਾ ਪਿੰਡਾਂ ਨੂੰ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਨੇ ਜਾਂ ਸਰਕਾਰੀ ਸਕੀਮਾਂ ਕੋਈ ਆਉਂਦੀਆਂ ਨੇ ਉਸ ਆਧਾਰ ਤੇ ਵਧਾਉਣ ਦਾ ਯਤਨ ਕਰੇਗਾ ਤੇ ਉਹਨਾਂ ਸਾਰਿਆਂ ਨੂੰ ਉਹ ਵਿਵਸਥਾ ਪਿੰਡਾਂ ਵਿੱਚ ਮੁਹੱਈਆ ਕਰਵਾਈ ਜਾਊਗੀ ਜੋ ਰਾਜ ਸਰਕਾਰ ਦੀ ਦੇਣਦਾਰੀ ਹੋਵੇਗੀ। ਆਰਟੀਕਲ 44 ਕਹਿੰਦਾ ਜੀ ਰਾਜ ਭਾਰਤ ਦੇ ਸਾਰੇ ਰਾਜ ਖੇਤਰਾਂ ਵਿੱਚ ਨਾਗਰਿਕਾਂ ਲਈ ਇੱਕ ਬਰਾਬਰ ਸਿਵਲ ਸਹਾਇਤਾ ਪ੍ਰਾਪਤ ਕਰਨ ਦਾ ਯਤਨ ਕਰੇਗਾ। ਲੋ ਜੀ ਆਰਟੀਕਲ 44 ਸਾਨੂੰ ਕਹਿੰਦਾ ਜੀ ਭਾਰਤ ਰਾਜ ਦੇ ਖੇਤਰਾਂ ਵਿੱਚ ਭਾਰਤ ਦੇ ਜਿੰਨੇ ਵੀ ਰਾਜ ਨੇ ਜੀ ਜਿੰਨੇ ਵੀ ਵਿੱਚ ਖੇਤਰ ਆਉਂਦੇ ਨੇ ਨਾਗਰਿਕਾਂ ਲਈ ਇੱਕ ਬਰਾਬਰ ਸਿਵਲ ਸਹਾਇਤਾ ਪ੍ਰਾਪਤ ਕਰਨ ਦਾ ਯਤਨ ਹੋਊਗਾ ਜੀ। ਉਹ ਮੀਨਜ਼ ਕਿ ਇੱਕ ਸਿਵਲ ਸਹਾਇਤਾ ਪ੍ਰਾਪਤ ਕਰਨ ਦਾ ਯਤਨ ਕਰੇਗਾ। ਜਿਵੇਂ ਤੁਸੀਂ ਲਾ ਲਓ ਵੀ ਆਪਣੇ ਸ਼ਹਿਰਾਂ ਦੇ ਵਿੱਚ ਸਿਵਲ ਹਸਪੀਟਲ ਨੇ ਜਾਂ ਸਰਕਾਰੀ ਅਦਾਰੇ ਨੇ, ਉਹਨਾਂ ਨੂੰ ਪ੍ਰਾਪਤ ਕਰਨ ਦਾ ਯਤਨ ਕਰੇਗਾ ਤੇ ਰਾਜ ਸਰਕਾਰਾਂ ਉਹਨਾਂ ਨੂੰ ਬੜਾਵਾ ਦੇਣਗੀਆਂ ਤਾਂ ਕਿ ਗਰੀਬ ਵਰਗ ਦੇ ਤਬਕੇ ਜਾਂ ਮੇਰੇ ਵਰਗੇ ਗਰੀਬ ਵਰਗ ਦੇ ਤਬਕੇ ਉੱਥੇ ਆਪਣਾ ਇਲਾਜ ਕਰਾ ਸਕਣ ਤੇ ਉਹਨਾਂ ਨੂੰ ਸਿਵਲ ਸਹਾਇਤਾ ਮਿਲ ਸਕੇ। ਆਰਟੀਕਲ 45 ਕਹਿੰਦਾ ਜੀ 6 ਸਾਲ ਤੋਂ ਘੱਟ ਉਮਰ ਦੇ ਸਾਰੇ ਬਾਲਕਾਂ ਲਈ ਸ਼ੁਰੂਆਤੀ ਦੇਖ ਰੇਖ ਤੇ ਸਿੱਖਿਆ ਦਾ ਇੰਤਜ਼ਾਮ ਕਰਨ ਦਾ ਯਤਨ ਕਰੇਗਾ। ਆਰਟੀਕਲ 45 ਤੁਹਾਨੂੰ ਕਹਿੰਦਾ ਜੀ ਜੇ ਤੁਹਾਡੇ ਬੱਚੇ ਦੀ ਉਮਰ 6 ਸਾਲ ਤੋਂ ਘੱਟ ਆ ਉਸ ਬਾਲਕ ਲਈ ਸ਼ੁਰੂਆਤੀ ਜੋ ਦੇਖ ਰੇਖ ਆ ਸਿੱਖਿਆ ਦਾ ਇੰਤਜ਼ਾਮ ਜਾਂ ਕਰਨਾ ਉਹ ਵੀ ਰਾਜ ਸਰਕਾਰ ਯਤਨ ਕਰੇਗੀ ਕਿ ਤੁਹਾਡੇ ਬੱਚੇ ਨੂੰ 6 ਸਾਲ ਤੱਕ ਦੇਖ ਰੇਖ ਵਿੱਚ ਰਾਜ ਸਰਕਾਰਾਂ ਸਹੂਲਤਾਂ ਮੁਹੱਈਆ ਕਰਵਾਉਣ। ਆਰਟੀਕਲ 46 ਕਹਿੰਦਾ ਜੀ SC ST
ਅਤੇ ਹੋਰ ਕਮਜ਼ੋਰ ਵਰਗ ਦੀ ਸਿੱਖਿਆ ਅਤੇ ਆਰਥਿਕ ਹਿੱਤਾਂ ਨੂੰ ਉਤਸ਼ਾਹ। ਰਾਜ ਲੋਕਾਂ ਨੂੰ ਕਮਜ਼ੋਰ ਵਰਗਾਂ ਦੇ ਖਾਸ ਤੌਰ ਤੇ ਐਸਸੀ ਐਸਟੀ ਦੀ ਸਿੱਖਿਆ ਅਤੇ ਵਿੱਤੀ ਹਿੱਤਾਂ ਵਿੱਚ ਵਿਸ਼ੇਸ਼ ਸਾਵਧਾਨੀ ਨਾਲ ਵਾਧਾ ਕਰੇਗਾ। ਸਮਾਜਿਕ ਨਿਆਂ ਅਤੇ ਸਭ ਕਿਸਮ ਦੇ ਸ਼ੋਸ਼ਣ ਤੋਂ ਉਹਨਾਂ ਦੀ ਰੱਖਿਆ ਕਰੇਗਾ। ਆਰਟੀਕਲ 46 ਕਹਿੰਦਾ ਜੀ ਐਸਸੀ ਤੇ ਐਸਟੀ ਤੇ ਹੋਰ ਜਿਵੇਂ ਮੰਨ ਲਓ ਐਸਸੀ ਐਸਟੀ ਜਾਂ ਕਮਜ਼ੋਰ ਵਰਗ ਦੇ ਤਬਕੇ ਨੇ, ਜੋ ਮੰਨ ਲਓ ਮੱਧਮ ਸ਼੍ਰੇਣੀ ਦੀਆਂ ਆਉਂਦੀਆਂ ਨੇ, ਮੇਰੇ ਵਰਗੇ ਗਰੀਬ ਤਬਕੇ ਆਉਂਦੇ ਨੇ, ਰਾਜ ਉਹਨਾਂ ਵਰਗੇ ਕਮਜ਼ੋਰ ਵਰਗਾਂ ਦੇ ਲੋਕਾਂ ਲਈ ਇੱਕ ਖਾਸ ਤੌਰ ਤੇ ਐਸਸੀ ਐਸਟੀ ਸਿੱਖਿਆ ਵਿੱਤੀ ਹਿੱਤ ਵਿੱਚ ਵਿਸ਼ੇਸ਼ ਸਾਵਧਾਨੀ ਦੇ ਨਾਲ ਵਾਧਾ ਕਰੇਗਾ। ਮੀਨਜ਼ ਇੱਕ ਇਹੋ ਜਿਹਾ ਕਾਨੂੰਨ ਬਣਾਊਗਾ ਕਿ ਉਹਨਾਂ ਦੀ ਸਿੱਖਿਆ ਨੂੰ ਤੇ ਉਹਨਾਂ ਲਈ ਸਾਵਧਾਨੀਆਂ ਤੇ ਉਹਨਾਂ ਲਈ ਮੀਨਜ਼ ਕੁਝ ਮੌਲਿਕ ਅਧਿਕਾਰਾਂ ਵਿੱਚੋਂ ਵਾਧਾ ਕਰੇਗਾ ਤਾਂ ਕਿ ਉਹਨਾਂ ਨੂੰ ਵੀ ਇੱਕ ਸਮਾਨਤਾ ਦਾ ਅਧਿਕਾਰ ਮਿਲ ਸਕੇ ਤੇ ਇੱਕ ਸਮਾਨ ਨਿਆਂ ਪ੍ਰਣਾਲਿਕਾ ਚੱਲ ਸਕੇ ਤੇ ਸਮਾਜਿਕ ਵਿੱਚ ਵੀ ਸਮਾਜ ਵਿੱਚ ਉਹਨਾਂ ਨਾਲ ਕੋਈ ਅਨਿਆਂ ਨਾ ਹੋ ਸਕੇ, ਕਿਸੇ ਕਿਸਮ ਦਾ ਕੋਈ ਲੋਕ ਉਹਨਾਂ ਨਾਲ ਸ਼ੋਸ਼ਣ ਨਾ ਕਰ ਸਕਣ ਵੀ ਤੁਸੀਂ ਇੱਕ ਨੀਵੀਂ ਜਾਤੀ ਦੇ ਹੋ ਜਾਂ ਤੁਸੀਂ ਇੱਕ ਮੱਧਮ ਵਰਗ ਨਾਲ ਸੰਬੰਧ ਰੱਖਦੇ ਹੋ, ਕੋਈ ਵੀ ਉਹਨਾਂ ਨੂੰ ਲੱਜਤ ਨਹੀਂ ਕਰ ਸਕਦਾ। ਤੁਸੀਂ ਪਿੱਛੇ ਦੇਖਿਆ ਹੀ ਆ ਕਿ ਜੋ ਐਸੀ ਸਮਾਜ ਦੀ, ਜਿਸ ਨੂੰ ਤੁਸੀਂ ਅੱਜ ਕੱਲ੍ਹ ਮੀਨਜ਼ ਕਿ ਐਸੀ ਕਹਿੰਦੇ ਹੋ, ਮੈਂ ਵੀ ਇੱਕ ਐਸੀ ਤੋਂ ਹੀ ਕਹਿੰਦੇ ਹਾਂ ਵੀ ਮੈਂ ਵੀ ਇੱਕ ਐਸੀ ਵਰਗ ਨਾਲ ਹੀ ਮੈਂ ਹਿੱਤ ਰੱਖਦਾ ਜੀ, ਮੈਂ ਵੀ ਐਸੀ ਵਰਗ ਦੇ ਵਿੱਚੋਂ ਹੀ ਹਾਂ। ਤੇ ਸਾਨੂੰ ਦਲਿਤ ਕਿਹਾ ਜਾਂਦਾ ਸੀ ਕਿਉਂਕਿ ਸਾਡਾ ਜੋ ਪੁਰਾਣਾ ਇਤਿਹਾਸ ਆ ਤੁਸੀਂ ਫੋਲ ਕੇ ਦੇਖ ਲਵੋ, ਸਾਡੇ ਮੂੰਹ ਤੇ ਕੁੱਜੇ ਪਾਏ ਹੁੰਦੇ ਸੀਗੇ ਤੇ ਪਿੱਠ ਦੇ ਪਿੱਛੇ ਝਾੜੂ ਬੰਨਿਆ ਹੁੰਦਾ ਸੀਗਾ ਕਿ ਇਹ ਜਿੱਥੋਂ ਚ ਨੰਗੇ ਇਸ ਦੀ ਪੈੜ ਨਾ ਦਿਖੇ। ਖੂਹ ਦੇ ਉੱਪਰ ਕੁੱਤੇ ਨੂੰ ਪਾਣੀ ਪੀਣ ਦਾ ਅਧਿਕਾਰ ਸੀ, ਪਰ ਇੱਕ ਸਾਡੇ ਵਰਗ ਦੇ ਤਬਕੇ ਦੇ ਲੋਕਾਂ ਨੂੰ, ਸਾਡੇ ਦਲਿਤ ਭਾਈਚਾਰੇ ਨੂੰ ਉਸ ਖੂਹ ਦੇ ਉੱਪਰ ਪਾਣੀ ਪੀਣ ਦਾ ਅਧਿਕਾਰ ਨਹੀਂ ਸੀ। ਸਾਡੀ ਮੀਨਜ਼ ਕਿ ਦਸ਼ਾ ਇੱਕ ਕੁੱਤੇ ਸਮਾਨ ਸੀ ਜੋ ਉਸ ਟਾਈਮ ਮਨੂਵਾਦੀ ਲੋਕਾਂ ਨੇ ਕੀਤੀ ਹੋਈ ਸੀ। ਪਰ ਸਾਨੂੰ ਜਦੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਉੱਠੇ, ਉਹਨਾਂ ਨੇ ਪੜ੍ਹ ਲਿਖ ਕੇ ਸੰਵਿਧਾਨ ਦੀ ਰਚਨਾ ਕਰੀ, ਉਸ ਵਿੱਚ ਸਾਡੇ ਲਈ ਇੱਕ ਵਿਸ਼ੇਸ਼ ਐਕਟ ਦੀ ਉਹਨਾਂ ਨੇ ਸੋਧ ਕਰੀ ਤਾਂ ਕਿ ਸਾਨੂੰ ਵੀ ਇੱਕ ਸਮਾਨਤਾ ਦਾ ਅਧਿਕਾਰ ਮਿਲ ਸਕੇ, ਸਾਨੂੰ ਵੀ ਨਿਆਂ ਪ੍ਰਣਾਲਿਕਾ ਦਾ ਪ੍ਰਯੋਗ ਕਰਨ ਵਿੱਚ ਲਾਹੇਵੰਦ ਹੋ ਸਕੀਏ, ਸਾਨੂੰ ਵੀ ਸਾਡੇ ਅਧਿਕਾਰ ਮਿਲ ਸਕਣ। 47 ਆਰਟੀਕਲ ਕਹਿੰਦਾ ਜੀ ਖੁਰਾਕ ਦਾ ਪੱਧਰ ਅਤੇ ਜੀਵਨ ਪੱਧਰ ਨੂੰ ਉੱਚਾ ਕਰਨ ਅਤੇ ਲੋਕ ਸਿਹਤ ਦਾ ਸੁਧਾਰ ਕਰਨ ਦਾ ਰਾਜ ਦਾ ਫਰਜ਼। ਰਾਜ ਸਰਕਾਰਾਂ ਆਪਣੇ ਲੋਕਾਂ ਦੇ ਖਾਦ ਖੁਰਾਕ ਪੱਧਰ ਅਤੇ ਜੀਵਨ ਪੱਧਰ ਨੂੰ ਉੱਚਾ ਕਰਨ ਅਤੇ ਲੋਕ ਸਿਹਤ ਦੇ ਸੁਧਾਰ ਨੂੰ ਆਪਣੇ ਮੁੱਢਲੇ ਫਰਜ਼ਾਂ ਵਿੱਚੋਂ ਮੰਨੇਗਾ ਅਤੇ ਰਾਜ ਖਾਸ ਕਰਕੇ ਨਸ਼ੀਲੇ ਪਦਾਰਥਾਂ ਤੇ ਸਿਹਤ ਲਈ ਹਾਨੀਕਾਰਕ ਦਵਾਈਆਂ ਉਦੇਸ਼ਾਂ ਤੋਂ ਅਲੱਗ ਵਰਤੋਂ ਨੂੰ ਰੋਕਣ ਦਾ ਯਤਨ ਕਰੇਗਾ। ਲਓ ਜੀ 47 ਆਰਟੀਕਲ ਕਹਿੰਦਾ ਜੀ ਖੁਰਾਕ ਅਤੇ ਪੱਧਰ ਜੀਵਨ ਪੱਧਰ ਨੂੰ ਉੱਚਾ ਕਰਨ ਤੇ ਲੋਕ ਸਿਹਤ ਸੁਧਾਰ ਕਰਨ ਵਿੱਚ ਰਾਜ ਸਰਕਾਰ ਆਪਣਾ ਫਰਜ਼ ਨਿਭਾਵੇਗਾ। ਰਾਜ ਵਿੱਚ ਤੁਹਾਨੂੰ ਵਧੀਆ ਖਾਣ ਪਾਣੀ ਮਿਲੂਗਾ ਜੀ, ਕਿਸੇ ਕਿਸਮ ਦੀ ਉਸ ਵਿੱਚ ਕਿਸੇ ਪ੍ਰਯੋਗ ਦੀ ਦੁਰਵਰਤੋਂ ਨਹੀਂ ਕਰੀ ਜਾਊਗੀ ਜਾਂ ਕੋਈ ਵਿੱਚ ਮਿਲਾਵਟ ਨਹੀਂ ਕਰੀ ਜਾਊਗੀ। ਸਿਹਤ ਸੁਧਾਰ ਦੇ ਮੁੱਢਲੇ ਫਰਜ਼ਾਂ ਨੂੰ ਰਾਜ ਸਰਕਾਰਾਂ ਮੰਨਣਗੀਆਂ ਤੇ ਰੋਕਣ ਦਾ ਜੋ ਗਲਤ ਵਰਤੋਂ ਨਾ ਕਿਸੇ ਖੁਰਾਕ ਜਾਂ ਕਿਸੇ ਸਾਡੇ ਖਾਣ ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਕਰਨਗੇ, ਉਹਨਾਂ ਉੱਪਰ ਕਾਰਵਾਈ ਕਰਨ ਦਾ ਰਾਜ ਫਰਜ਼ ਰੱਖਦਾ ਹੈ ਜੀ। ਰਾਜ ਸਰਕਾਰਾਂ ਉੱਪਰ ਐਕਸ਼ਨ ਲੈ ਸਕਦੀਆਂ ਨੇ ਤੇ ਨਸ਼ੀਲੇ ਪਦਾਰਥਾਂ ਨੂੰ, ਸਾਡੇ ਸਿਹਤ ਲਈ ਹਾਨੀਕਾਰਕ ਦਵਾਈਆਂ ਨੇ ਜੋ ਜੱਜ ਤੁਸੀਂ ਦੇਖ ਰਹੇ ਹੋ, ਚਿੱਟਾ ਜਾਂ ਕੁਛ ਹੋਰ ਜਾਂ ਨਸ਼ੀਲੇ ਪਦਾਰਥ ਜੋ ਸਾਡੇ ਬੱਚਿਆਂ ਨੇ, ਜੋ ਸਾਡੇ ਬੱਚਿਆਂ ਨੂੰ ਮੰਨ ਲਓ ਉਸ ਪ੍ਰਤੀ ਪ੍ਰੇਰਿਤ ਕੀਤਾ ਜਾਂਦਾ ਜਾਂ ਸਾਡੇ ਬੱਚੇ ਲੱਗ ਚੁੱਕੇ ਨੇ। ਅੱਜ ਕੱਲ੍ਹ ਸਾਡੀਆਂ ਪੰਜਾਬ ਦੀਆਂ ਪੀੜ੍ਹੀਆਂ ਨਸ਼ਿਆਂ ਨੇ ਡੋਬ ਦਿੱਤੀਆਂ ਨੇ। ਉਹਨਾਂ ਨਸ਼ੀਲੇ ਪਦਾਰਥਾਂ ਨੂੰ ਰੋਕਣ ਦਾ ਯਤਨ ਰਾਜ ਸਰਕਾਰਾਂ ਕਰਨਗੀਆਂ ਤੇ ਇੱਕ ਵਿਸ਼ੇਸ਼ ਕਾਨੂੰਨ ਬਣਾਉਣਗੀਆਂ ਜੋ ਆਰਟੀਕਲ 47 ਦੇ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਜੀ ਲਿਖਿਆ ਵਾ। ਆਰਟੀਕਲ 48 ਕਹਿੰਦਾ ਜੀ ਖੇਤੀ ਅਤੇ ਪਸ਼ੂ ਪਾਲਣ। ਰਾਜ ਖੇਤੀ ਪਸ਼ੂ ਪਾਲਣ ਨੂੰ ਆਧੁਨਿਕ ਅਤੇ ਵਿਗਿਆਨਕ ਪ੍ਰਣਾਲੀ ਨਾਲ ਸੰਗਠਨ ਕਰਨ ਦਾ ਯਤਨ ਕਰੇਗਾ। ਖਾਸ ਕਰਕੇ ਗਾਵਾਂ, ਬਛੜਿਆਂ ਤੇ ਦੁਧਾਰੂ ਅਤੇ ਖੇਤੀ ਵਿੱਚ ਕੰਮ ਆਉਣ ਵਾਲੇ ਪਸ਼ੂਆਂ ਲਈ ਸੁਧਾਰ, ਉਹਨਾਂ ਦੇ ਕਤਲਾਂ ਨੂੰ ਰੋਕਣ ਲਈ ਕਦਮ ਉਠਾਵੇਗਾ। ਰਾਜ ਦੇਸ਼ ਦੇ ਵਾਤਾਵਰਣ ਦੀ ਸੁਰੱਖਿਆ, ਬਣ ਜੀਵਾਂ ਦੀ ਸੁਰੱਖਿਆ ਤੇ ਚੌਗਿਰਦਿਆਂ ਦੀ ਸੁਰੱਖਿਆ ਦਾ ਯਤਨ ਕਰੇਗਾ। ਆਰਟੀਕਲ 48 ਕਹਿੰਦਾ ਜੀ ਖੇਤੀ ਅਤੇ ਪਸ਼ੂ ਪਾਲਣ। ਰਾਜ ਤੁਹਾਨੂੰ ਖੇਤੀ ਅਤੇ ਪਸ਼ੂ ਪਾਲਣ ਵਿੱਚ ਆਧੁਨਿਕ
ਅਤੇ ਵਿਗਿਆਨਕ ਪ੍ਰਣਾਲੀਆਂ ਦਾ ਸੰਗਠਨ ਕਰੇਗਾ ਜੀ। ਤੁਹਾਨੂੰ ਇੱਕ ਵਧੀਆ ਅਵਸਰ ਦਊਗਾ ਜਿਸ ਵਿੱਚ ਤੁਸੀਂ ਰਾਜ ਵਿੱਚ ਖੇਤੀ ਕਰ ਸਕਦੇ ਹੋ, ਪਸ਼ੂ ਪਾਲ ਸਕਦੇ ਹੋ। ਅਜਿਹੇ ਸੰਗਠਨ ਬਣਾਉਣ ਦਾ ਯਤਨ ਰਾਜ ਸਰਕਾਰਾਂ ਕਰਨਗੀਆਂ, ਖਾਸ ਕਰਕੇ ਜਿਵੇਂ ਗਾਵਾਂ, ਬਛੜਿਆਂ ਅਤੇ ਦੁਧਾਰੂ ਤੇ ਖੇਤੀ ਵਿੱਚ ਕੰਮ ਆਉਣ ਵਾਲੇ ਪਸ਼ੂਆਂ ਦੇ ਸੁਧਾਰ ਲਈ। ਜੋ ਤੁਹਾਡੇ ਖੇਤੀ ਦੇ ਕੰਮ ਵਿੱਚ ਜਾਂ ਦੁੱਧ ਦੇਣ ਵਾਲੇ ਜੀਵ ਆਉਂਦੇ ਨੇ, ਬਲਦ, ਬੱਛੇ, ਗਾਵਾਂ, ਮੱਝਾਂ, ਉਹਨਾਂ ਦੇ ਸੁਧਾਰ ਲਈ ਇੱਕ ਵਿਸ਼ੇਸ਼ ਕਾਨੂੰਨ ਬਣਾਏਗਾ, ਜਿਸ ਦੇ ਮੀਨਜ਼ ਜਿਵੇਂ ਕਈ ਬੁੱਚੜਖਾਨੇ ਲੱਗੇ ਨੇ ਜਿੱਥੇ ਗਊਆਂ ਨੂੰ ਵੱਢਿਆ ਜਾਂਦਾ ਜੀ ਜਾਂ ਮੱਝਾਂ ਨੂੰ ਵੱਢਿਆ ਜਾਂਦਾ, ਉਹਨਾਂ ਦੇ ਕਾਤਲਾਂ ਨੂੰ ਰੋਕਣ ਲਈ ਇੱਕ ਵਿਸ਼ੇਸ਼ ਕਦਮ ਉਠਾਵੇਗਾ, ਜੋ ਆਰਟੀਕਲ 48 ਦੇ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਜੀ ਮੌਲਿਕ ਅਧਿਕਾਰਾਂ ਵਿੱਚ ਲਿਖਿਆ। ਆਰਟੀਕਲ 49 ਕਹਿੰਦਾ ਜੀ, ਰਾਸ਼ਟਰੀ ਮਹੱਤਵ ਦੀਆਂ ਯਾਦਗਾਰਾਂ, ਸਥਾਨਾਂ ਅਤੇ ਚੀਜ਼ਾਂ, ਵਸਤਾਂ ਦੀ ਸੁਰੱਖਿਆ ਸੰਸਦ ਦੁਆਰਾ ਬਣਾਏ ਗਏ ਕਾਨੂੰਨ ਦੁਆਰਾ ਜਾਂ ਉਸਦੇ ਅਧੀਨ ਰਾਸ਼ਟਰੀ ਮਹੱਤਵ ਵਾਲੇ ਐਲਾਨ ਕੀਤੇ ਗਏ ਕਲਾਤਮਕ ਜਾਂ ਇਤਿਹਾਸ ਮਹੱਤਵ ਆਦਿ ਜਾਂ ਹਰੇਕ ਯਾਦਗਾਰ ਸਥਾਨ ਵਸਤੂਆਂ ਦੀ ਸੁਰੱਖਿਆ ਕਰਨੀ ਰਾਜ ਨੂੰ ਕਰਨੀ ਪਵੇਗੀ। ਲਓ ਜੀ, ਆਰਟੀਕਲ 49 ਕਹਿੰਦਾ ਜੀ, ਰਾਸ਼ਟਰੀ ਮਹੱਤਵ ਦੀਆਂ ਯਾਦਗਾਰਾਂ, ਸਥਾਨਾਂ ਤੇ ਚੀਜ਼ਾਂ, ਵਸਤੂਆਂ ਦੀ ਸੁਰੱਖਿਆ। ਜੋ ਵੀ ਸਾਡੇ ਰਾਜ ਵਿੱਚ, ਜੋ ਵੀ ਸਾਡੇ ਭਾਰਤ ਵਿੱਚ ਯਾਦਗਾਰਾਂ ਬਣੀਆਂ ਹੋਈਆਂ ਨੇ ਜਾਂ ਇਤਿਹਾਸਕ ਯਾਦਗਾਰਾਂ ਬਣੀਆਂ ਹੋਈਆਂ ਨੇ, ਉਹਨਾਂ ਦੀ ਸੁਰੱਖਿਆ ਲਈ ਰਾਜ ਸਰਕਾਰਾਂ, ਭਾਰਤ ਸਰਕਾਰਾਂ ਪ੍ਰਬੰਧ ਕਰਨਗੀਆਂ ਕਿ ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ। ਆਰਟੀਕਲ 50 ਕਹਿੰਦਾ ਜੀ, ਰਾਜ ਦੀਆਂ ਲੋਕ ਸਭਾਵਾਂ ਵਿੱਚ ਨਿਆਂਪਾਲਕਾਂ ਨੂੰ ਕਾਰਜਪਾਲਕਾਂ ਤੋਂ ਅਲੱਗ ਕਰਨ ਲਈ ਰਾਜ ਕਦਮ ਉਠਾਵੇਗਾ। ਆਰਟੀਕਲ 50 ਕਹਿੰਦਾ ਜੀ, ਰਾਜ ਵਿੱਚ ਲੋਕਾਂ ਦੀਆਂ ਸਭਾਵਾਂ ਲਈ ਨਿਆਂਪਾਲਕਾਂ ਨੂੰ ਕਾਰਜਪਾਲਕਾਂ ਤੋਂ ਅਲੱਗ ਇੱਕ ਕਦਮ ਉਠਾਉਣਾ ਪਊਗਾ ਜੀ, ਜਿਸ ਵਿੱਚ ਤੁਹਾਨੂੰ ਨਿਆਂ ਇੱਕ ਸੁਚੱਜੇ ਢੰਗ ਨਾਲ ਮਿਲ ਸਕੇ। ਆਰਟੀਕਲ 51 ਕਹਿੰਦਾ ਜੀ, ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਵਿੱਚ ਵਾਧਾ। ਰਾਜ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਵਿੱਚ ਵਾਧੇ ਦਾ ਰਾਸ਼ਟਰਾਂ ਵਿੱਚ ਨਿਆਂ ਸੰਗਤਾਂ ਅਤੇ ਸਮਾਨਤਾਪੂਰਨ ਸੰਬੰਧਾਂ ਨੂੰ ਬਣਾਈ ਰੱਖਣ ਦਾ ਸੰਗਠਿਤ ਲੋਕਾਂ ਦੇ ਇੱਕ ਦੂਸਰੇ ਦੀ ਵਰਤੋਂ, ਵਿਵਹਾਰ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਸੰਸਕ੍ਰਿਤੀਆਂ ਪ੍ਰਤੀ ਸਤਿਕਾਰ ਵਧਾਉਣ ਦਾ ਅਤੇ ਅੰਤਰਰਾਸ਼ਟਰੀ ਵਿਵਾਦਾਂ ਨੂੰ ਵਿਚੋਲੇ ਦੁਆਰਾ ਨਿਪਟਾਉਣ ਲਈ ਉਤਸ਼ਾਹ ਕਰਨ ਦਾ ਯਤਨ ਕਰੇਗਾ। ਲਓ ਜੀ, ਆਰਟੀਕਲ 51 ਕਹਿੰਦਾ, ਤੁਸੀਂ ਇਸ ਦੇਸ਼ ਵਿੱਚ ਰਹਿੰਦੇ ਹੋ ਜਾਂ ਕਿਤੇ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਹੋ, ਉੱਥੇ ਵੀ ਤੁਹਾਡੀ ਸੁਰੱਖਿਆ ਦੇ ਵਿੱਚ ਤੁਹਾਡੇ ਸਨਮਾਨ ਹਿੱਤ, ਤੁਹਾਡੇ ਸਤਿਕਾਰ ਹਿੱਤ ਰਾਜ ਸਰਕਾਰਾਂ, ਭਾਰਤ ਸਰਕਾਰਾਂ ਅਜਿਹਾ ਕਾਨੂੰਨ ਬਣਾਉਣਗੀਆਂ ਕਿ ਤੁਹਾਨੂੰ ਬਾਹਰਲੇ ਮੁਲਕਾਂ ਵਿੱਚ ਵੀ ਕਿਸੇ ਕੱਟੜਤਾ ਜਾਂ ਧਰਮ ਕੱਟੜਤਾ ਜਾਂ ਜਾਤ ਕੱਟੜਤਾ ਦਾ ਤੁਹਾਨੂੰ ਮੂੰਹ ਨਾ ਦੇਖਣਾ ਪਵੇ, ਕਿ ਤੁਸੀਂ ਆਪਣੇ ਸਤਿਕਾਰ, ਆਪਣਾ ਸਨਮਾਨ ਤੇ ਆਪਣੇ ਜੋ ਨਿਆਂ ਨੇ ਉਹ ਬਾਹਰਲੇ ਮੁਲਕਾਂ ਵਿੱਚ ਵੀ ਪ੍ਰਾਪਤ ਕਰ ਸਕੋ। ਇਹ ਆਰਟੀਕਲ 51 ਵਿੱਚ ਲਿਖਿਆ ਜੀ। ਅਸੀਂ ਰੋਜ਼ ਤੁਹਾਨੂੰ ਥੋੜਾ ਮੀਨਜ਼ ਕੇ ਕੁਛ ਭਾਗ ਪੜ੍ਹ ਕੇ ਸੁਣਾਉਂਦੇ ਆ ਤਾਂ ਕਿ ਤੁਹਾਨੂੰ ਉਨੀ ਕੁ ਸਮਝ ਆ ਜਾਵੇ ਜਿੰਨਾ ਕੁ ਅਸੀਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਬਾਰ-ਬਾਰ ਕਹਿਣਾ ਜੀ, ਇਹ ਭਾਰਤ ਦੇ ਸੰਵਿਧਾਨ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਜੀ ਇੱਕ ਬੜੀ ਸੋਹਣੀ ਸਾਨੂੰ ਸੰਵਿਧਾਨ ਦਿੱਤਾ ਵਾ। ਇਸ ਵਿੱਚ ਸਾਡੇ ਮੌਲਿਕ ਅਧਿਕਾਰਾਂ ਦੀ ਸੁਰੱਖਿਆ ਕੀਤੀ ਗਈ ਆ। ਵੀਰੋ, ਭੈਣੋ, ਭਰਾਵੋ ਤੇ ਬੱਚਿਓ, ਹੱਥ ਜੋੜ ਕੇ ਹੀ ਅਪੀਲ ਹੈ ਕਿ ਆਪਣੇ ਘਰਾਂ ਵਿੱਚ ਭਾਰਤ ਦਾ ਸੰਵਿਧਾਨ ਲਿਆਓ, ਆਪਣੇ ਬੱਚਿਆਂ ਨੂੰ ਪੜ੍ਹਾਓ ਤੇ ਆਪ ਵੀ ਪੜ੍ਹੋ। ਆਪਣੇ ਮੌਲਿਕ ਅਧਿਕਾਰਾਂ ਪ੍ਰਤੀ ਜਾਗਰੂਕ ਹੋਵੋ। ਆਪਣੇ ਬੱਚਿਆਂ ਨੂੰ ਇੱਕ ਮੌਤ ਦੀ ਨਰਕ ਭਰੀ ਜ਼ਿੰਦਗੀ ਨਾ ਦਿਓ। ਆਪਣੇ ਅਧਿਕਾਰਾਂ ਦੀ ਰੱਖਿਆ ਕਰੋ। ਆਪਣੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰੋ। ਇਹ ਅਧਿਕਾਰ ਤੁਹਾਨੂੰ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਨੇ ਲੈ ਕੇ ਦਿੱਤੇ ਨੇ। ਇਹ ਸੰਵਿਧਾਨ, ਭਾਰਤ ਦਾ ਜੋ ਸੰਵਿਧਾਨ ਤੁਹਾਡੇ ਲਈ ਹੀ ਸਮਰਪਿਤ ਹੈ। ਇਹ ਭਾਰਤ ਦਾ ਸੰਵਿਧਾਨ ਕਿਸੇ ਜਾਤ, ਕਿਸੇ ਧਰਮ, ਕਿਸੇ ਮਜ਼ਹਬ ਲਈ ਨਹੀਂ। ਇਹ ਤੁਹਾਡੇ ਸਭ ਲੋਕਾਂ ਲਈ, ਤੁਹਾਡੇ ਲੋਕਾਂ ਲਈ ਹੀ ਬਣਾਇਆ ਗਿਆ ਵਾ। ਤੁਸੀਂ ਇਸ ਭਾਰਤ ਦੇ ਸੰਵਿਧਾਨ ਨੂੰ ਪੜ੍ਹੋ, ਵਿਚਾਰੋ ਤੇ ਆਪਣੀ ਜੀਵਨ ਤੇ ਆਪਣੀ ਜ਼ਿੰਦਗੀ ਵਿੱਚ ਇਸ ਨੂੰ ਸ਼ਾਮਲ ਕਰੋ ਤਾਂ ਕਿ ਤੁਸੀਂ ਵੀ ਸੁਚੇਤ ਹੋ ਸਕੋ ਕਿ ਤੁਹਾਡੇ ਮੌਲਿਕ ਅਧਿਕਾਰਾਂ ਤੇ ਕਿਸ ਤਰ੍ਹਾਂ ਰਾਜ ਸਰਕਾਰਾਂ, ਭਾਰਤ ਸਰਕਾਰਾਂ ਆਪਣੀ ਮੁੱਠੀ ਵਿੱਚ ਲੈ ਰਹੀਆਂ ਨੇ। ਉਹ ਮੌਲਿਕ ਅਧਿਕਾਰ ਸਿਰਫ ਚੰਦ ਲੋਕਾਂ ਨੂੰ ਮਿਲ ਰਹੇ ਨੇ, ਜੋ ਅਮੀਰ ਘਰਾਣਿਆਂ ਜਾਂ ਉੱਚੀ ਤਬਕਿਆਂ ਨੂੰ ਮਿਲ ਰਹੇ ਨੇ। ਸਾਡੇ ਹੱਥ ਕੁਛ ਨਹੀਂ ਆ ਰਿਹਾ। ਸਾਡੇ ਹੱਥ ਸਿਰਫ ਗਰੀਬੀ, ਭੁੱਖਮਰੀ ਤੇ ਸਾਡੇ ਬੱਚਿਆਂ ਦੀ ਨਰਕ ਭਰੀ ਜ਼ਿੰਦਗੀ ਆ ਰਹੀ ਹੈ। ਮੇਰੇ ਵੀਰੋ, ਹੱਥ ਜੋੜ ਕੇ ਹੀ ਅਪੀਲ ਆ, ਤੁਹਾਡੇ ਚਰਨਾਂ ਦੇ ਵਿੱਚ ਅਪੀਲ ਆ
ਕਿ ਆਪਣੇ ਬੱਚਿਆਂ ਨੂੰ ਮੌਤ ਭਰੀ ਜ਼ਿੰਦਗੀ ਨਾ ਦਿਓ। ਆਪਣੇ ਬੱਚਿਆਂ ਦੀ ਜ਼ਿੰਦਗੀ ਸੁਨਹਿਰੀ ਬਣਾਓ। ਇਸ ਭਾਰਤ ਦੇ ਸੰਵਿਧਾਨ ਨੂੰ ਪੜ੍ਹੋ ਤੇ ਆਪਣੇ ਜੀਵਨ ਵਿੱਚ ਲਾਗੂ ਕਰੋ। ਸੋ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ, ਵੱਧ ਤੋਂ ਵੱਧ ਸ਼ੇਅਰ ਕਰੋ, ਵੱਧ ਤੋਂ ਵੱਧ ਪਿਆਰ ਦਿਓ, ਤਾਂ ਕਿ ਮੈਨੂੰ ਹੌਸਲਾ ਮਿਲਦਾ ਰਹੇ, ਮੈਂ ਵੱਧ ਤੋਂ ਵੱਧ ਤੁਹਾਨੂੰ ਵੀਡੀਓ ਬਣਾ ਪਾ ਸਕਾਂ ਤੇ ਭਾਰਤ ਦੇ ਸੰਵਿਧਾਨ ਤੁਹਾਨੂੰ ਪੜ੍ਹ ਕੇ ਸੁਣਾ ਸਕਾਂ, ਜਾਣੂ ਕਰਵਾ ਸਕਾਂ। ਮੇਰੇ ਵੱਲੋਂ, ਨਿਮਾਣੇ ਜੇ ਦਾਸ ਵੱਲੋਂ, ਭਾਰਤ ਦਾ ਸੰਵਿਧਾਨ ਪੜ੍ਹਦੇ ਹੋਏ ਜਾਂ ਤੁਹਾਨੂੰ ਸਮਝਾਉਂਦੇ ਹੋਏ ਜਾਂ ਕੋਈ ਸ਼ਬਦ ਇੱਧਰ ਉੱਧਰ ਹੋ ਗਿਆ ਹੋਵੇ ਤਾਂ ਮਾਫੀ ਦਾ ਜਾਚਕਾਂ। ਤੁਹਾਡੇ ਹੱਥ ਵਿੱਚ, ਚਰਨਾਂ ਵਿੱਚ ਹੱਥ ਜੋੜ ਕੇ ਫਤਿਹ ਕਬੂਲ ਕਰਿਓ, ਮਾਫ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਦੇ ਸੰਵਿਧਾਨ ਦੀ ਅਗਲੀ ਵੀਡੀਓ ਲੈ ਕੇ ਤੁਹਾਡੀ ਸਭਾ ਵਿੱਚ ਕੱਲ੍ਹ ਨੂੰ ਹਾਜ਼ਰ ਹੋਵਾਂਗੇ। ਪਿਆਰ ਭਰੀ ਫਤਿਹ ਕਬੂਲ ਕਰਿਓ। ਸਤਿ ਸ਼੍ਰੀ ਅਕਾਲ।